ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਗੁੱਡ ਮਾਰਨਿੰਗ ਦੇ ਨਾਲ ਅੱਜ ਦਾ ਪ੍ਰੋਗਰਾਮ ਸੱਚੀ ਸਵੇਰ ਦੇ ਤਹਿਤ ਸਿਲਸਿਲਾ ਇੱਕ ਕਹਾਣੀ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡੀ ਆਪਣੀ ਦੋਸਤ ਤੇ ਹੋਸਟ ਵਿਜੇ ਲక్ష్ਮੀ। ਕਹਾਣੀਆਂ ਦੇ ਸਫ਼ਰ ਦੇ ਵਿੱਚ ਅੱਜ ਜੋ ਕਹਾਣੀ ਅਸੀਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਾਂਗੇ ਉਹ ਹੈ ਜੀ ਸਰਦਾਰ ਰਵਿੰਦਰ ਰੁਪਾਲ ਕੌਲਗੜ ਹਰਾਂ ਦੀ ਲਿਖੀ ਹੋਈ ਕਹਾਣੀ ਹਲਦੀ ਵਾਲਾ ਦੁੱਧ। ਲਗਭਗ 40 ਸਾਲਾਂ ਦੇ ਸਾਹਿਤਿਕ ਸਫ਼ਰ ਵਿੱਚ ਸਰਦਾਰ ਰਵਿੰਦਰ ਰੁਪਾਲ ਕੌਲਗੜ ਨੇ ਕੁੱਲ 2 ਕਹਾਣੀਆਂ, 4 ਬਾਲ ਨਾਵਲ, 1 ਹਾਸਰੰਗ ਸਾਹਿਤ ਦੇ ਨਾਂ ਕੀਤਾ। ਪਿੰਡ ਕੌਲਗੜ ਦਾ ਜੰਪਲ ਹੋਣ ਕਾਰਨ ਨਾਮ ਨਾਲ ਕੌਲਗੜ ਵੀ ਲਗਾਇਆ ਤਾਂ ਜੋ ਆਪਣੇ ਪਿਛੋਕੜ ਨੂੰ ਕਦੇ ਭੁੱਲ ਨਾ ਸਕਣ। ਸੋ ਅੱਜ ਸਿਲਸਿਲਾ ਇੱਕ ਕਹਾਣੀ ਵਿੱਚ ਪੇਸ਼ ਕਰਨ ਲੱਗੇ ਹਾਂ, ਕਹਾਣੀ ਹਲਦੀ ਵਾਲਾ ਦੁੱਧ। ਜੀਵਨ ਮੇਰੇ ਦਾ ਵੱਡਾ ਮੁੰਡਾ ਮੈਨੂੰ ਸਾਡੇ ਗੇਟ ਕੋਲੋਂ ਹਾਕਾ ਮਾਰਦਾ ਹੋਇਆ ਅੰਦਰ ਹੀ ਘਰ ਆ ਵੜਿਆ। ਮੈਂ ਮੰਜੇ ਤੋਂ ਉੱਠ ਕੇ ਉਸਨੂੰ ਅੱਗੇ ਹੋ ਕੇ ਮਿਲਿਆ। ਬਰਾਬਰ ਆਉਂਦੇ ਸਾਰ ਉਹ ਮੇਰੇ ਗੋਡਿਆਂ ਵੱਲ ਝੁੱਕ ਕੇ ਬੋਲਿਆ, ਬਾਬਾ ਜੀ, ਤੁਹਾਨੂੰ ਪਾਪਾ ਜੀ ਵੱਲੋਂ ਸਪੈਸ਼ਲ ਸੁਣਿਆ ਹੈ ਕਿ ਤੁਸੀਂ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਤੇ ਜ਼ਰੂਰ ਪਹੁੰਚਣਾ ਹੈ। ਪਾਪਾ ਜੀ ਕੱਲ 31 ਤਰੀਕ ਨੂੰ ਰਿਟਾਇਰ ਹੋ ਰਹੇ ਨੇ। ਮੁੰਡੇ ਨੇ ਆਉਣ ਦਾ ਕਾਰਨ ਦੱਸਿਆ। ਉਮਰ ਵਿੱਚ ਤਾਂ ਮੈਂ ਜੀਵਨ ਨਾਲੋਂ ਕਾਫੀ ਛੋਟਾ ਹਾਂ, ਪਰ ਸਮਾਜਿਕ ਰਿਸ਼ਤਿਆਂ ਵਿੱਚ ਮੇਰਾ ਥੰਮਾ ਜੀਵਨ ਦੇ ਚਾਚਿਆਂ ਦੇ ਥਾਂ ਦਾ ਹੈ। ਇਸੇ ਕਰਕੇ ਉਸਦਾ ਮੁੰਡਾ ਮੈਨੂੰ ਬਾਬਾ ਜੀ ਕਹਿ ਕੇ ਬੁਲਾ ਰਿਹਾ। ਕਿੰਨੇ ਕੁ ਵਜੇ ਧਰਿਆ ਪ੍ਰੋਗਰਾਮ ਮੱਲਾ? ਮੈਂ ਇੱਕ ਖੰਗੂਰਾ ਜਿਹਾ ਮਾਰ ਕੇ ਪੁੱਛਿਆ। ਬਾਬਾ ਜੀ, ਪ੍ਰੋਗਰਾਮ ਤਾਂ ਆਥਣੇ ਹੀ ਹੋਏਗਾ, ਉਹ ਵੀ ਆਪਣੇ ਘਰੇ ਹੀ ਹੈ, ਪਰ ਤੁਸੀਂ ਜ਼ਰੂਰ ਪੁੱਜਣਾ ਹੈ। ਮੇਰੇ ਪਾਣੀ ਧਾਣੀ ਪੁੱਛਣ ਤੋਂ ਪਹਿਲਾਂ ਹੀ ਮੁੰਡਾ ਇਉਂ ਕਹਿ ਕੇ ਵਾਪਸ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੈਨੂੰ ਇਸ ਸਪੈਸ਼ਲ ਸੁਨੇਹੇ ਨੇ ਚੱਕਰ ਵਿੱਚ ਹੀ ਪਾ ਦਿੱਤਾ। ਸਿਰਫ ਮੈਨੂੰ ਹੀ ਸਪੈਸ਼ਲ ਕਿਉਂ, ਬਾਕੀ ਵੀ ਤਾਂ ਸਾਰਾ ਪਿੰਡ ਵਸਦਾ ਹੈ। ਅਸਲ ਵਿੱਚ ਜਦੋਂ ਦਾ ਮੈਂ ਪੱਕੇ ਰੂਲਾਂ ਸੂਲਾਂ ਵਾਲੀ ਪਾਰਟੀ ਦਾ ਸਿਰਕੱਢ ਵਰਕਰ ਬਣਿਆ ਹਾਂ, ਉਦੋਂ ਤੋਂ ਹੀ ਮੇਰਾ ਸਾਰੇ ਪਿੰਡ ਨਾਲੋਂ ਸੰਬੰਧ ਟੁੱਟਣਾ ਸ਼ੁਰੂ ਹੋ ਗਿਆ ਸੀ। ਪਿੰਡ ਨਾਲੋਂ ਬੋਲਚਾਲ ਤਾਂ ਪਹਿਲਾਂ ਹੀ ਬੰਦ ਹੋ ਗਈ ਸੀ ਤਾਂ ਮੈਂ ਆਪਣੀ ਕੋਠੀ ਪਿੰਡੋਂ ਬਾਹਰ ਆ ਕੇ ਖੇਤਾਂ ਵਿੱਚ ਪਾਈ। ਮੈਂ ਆਪਣੀ ਪਾਰਟੀ ਦੇ ਅਸੂਲਾਂ ਮੁਤਾਬਿਕ ਪਿੰਡ ਦੇ ਹਰੇਕ ਬੰਦੇ ਨੂੰ ਸੱਚ ਬੋਲਣ ਅਤੇ ਇਮਾਨਦਾਰੀ ਦੇ ਰਾਹ ਉੱਤੇ ਚੱਲਣ ਦੀ ਅਕਸਰ ਤਾਕੀਦ ਕਰਦਾ ਰਹਿੰਦਾ ਸਾਂ। ਰਿਸ਼ਵਤਖੋਰੀ, ਝੂਠ, ਕਾਲਾ ਬਾਜ਼ਾਰੀ ਅਤੇ ਚੋਰੀਆਂ ਤੋਂ ਹਰੇਕ ਬੰਦੇ ਨੂੰ ਵਰਜਦਾ ਰਹਿੰਦਾ ਸੀ। ਕੋਈ ਸਮਝੇ ਨਾ ਸਮਝੇ, ਮੈਂ ਤਾਂ ਹੋਕਾ ਦੇ ਹੀ ਜਾਂਦਾ ਸੀ। ਫਿਰ ਜਦੋਂ ਮੈਂ ਆਪਣੀ ਪਾਰਟੀ ਦੇ ਹੋ ਰਹੇ ਵੱਡੇ ਜਲਸਿਆਂ ਵਿੱਚ ਸੱਚ ਦੇ ਪੱਖ ਵਿੱਚ ਧੂਆਂਧਾਰ ਲੈਕਚਰ ਦੇ ਕੇ ਸਾਰੇ ਪੰਡਾਲ ਵਿੱਚ ਗੱਜਣ ਦੀਆਂ ਆਵਾਜ਼ਾਂ ਕਢਵਾ ਸਕਦਾ ਸਾਂ ਤਾਂ ਇੱਥੇ ਆਪਣੇ ਪਿੰਡ 'ਚ ਕੋਈ ਗਲਤ ਕੰਮ ਕਿਵੇਂ ਹੋਣ ਦਿੰਦਾ। ਉੱਥੇ ਤਾਂ ਮੇਰੀ ਗਰਦਨ ਗਿੱਠ ਉੱਚੀ ਹੋ ਜਾਂਦੀ ਸੀ, ਪਰ ਇੱਥੇ ਮੇਰਾ ਪਿੰਡ ਹੀ ਮੇਰੇ ਨਾਲੋਂ ਟੁੱਟਿਆ ਫਿਰਦਾ। ਟੁੱਟਣਾ ਤਾਂ ਆਪੇ ਹੀ ਸੀ। ਜਿੱਦਣ ਦਾ ਮੈਂ ਸਰਪੰਚ ਨੂੰ ਦੁੱਧ ਵਿੱਚ ਯੂਰੀਆ ਖਾਦ ਪਾਉਣ ਤੋਂ ਰੋਕਿਆ, ਉਸੇ ਦਿਨ ਦਾ ਉਸਨੇ ਮੇਰੇ ਵਿਰੁੱਧ ਭੜਕਾਊ ਭਾਸ਼ਣ ਦੇ ਕੇ ਸਾਰੇ ਪਿੰਡ ਨੂੰ ਮੇਰੇ ਖਿਲਾਫ ਖੜਾ ਕਰ ਦਿੱਤਾ। ਪਰ ਮੇਰਾ ਸਾਥ ਦੇਣ ਦੀ ਹਿੰਮਤ ਕਿਸੇ ਨੇ ਨਾ ਦਿਖਾਈ। ਮੈਂ ਗੇਟ ਕੋਲ ਖੜੇ ਹੋ ਕੇ ਜੀਵਨ ਦੀ ਇਸ ਦਲੇਰੀ ਬਾਰੇ ਸੋਚਿਆ। ਸਰਪੰਚ ਤੋਂ ਵੀ ਡਰਿਆ ਨਹੀਂ ਪਤੰਦਰ, ਜਮਈ। ਮੈਨੂੰ ਵੀ ਸੁਨੇਹਾ ਘੱਲ ਦਿੱਤਾ ਪਾਰਟੀ ਦਾ, ਜਦਕਿ ਮੇਰੇ ਬਾਰੇ ਤਾਂ ਸਾਰੇ ਪਿੰਡ ਦੇ ਵਿਚਾਰ ਹੀ ਬੜੇ ਭੈੜੇ ਨੇ ਕਿ ਮੈਂ ਜਿਸ ਬੰਦੇ ਦੇ ਮੱਥੇ ਲੱਗ ਜਾਵਾਂ ਉਸਨੂੰ ਪੂਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ। ਫਿਰ ਜੀਵਨ ਨੇ ਇਹ ਨਿਡਰਤਾ ਕਿਵੇਂ ਦਿਖਾਈ? ਸੁਨੇਹਾ ਮਿਲਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਸਵਾਲੋ ਸਵਾਲ ਹੋਇਆ ਪਾਇਆ ਸਾਂ। ਅੰਦਰ ਆ ਕੇ ਮੰਜੇ ਉੱਤੇ ਬੈਠਦੇ ਸਾਰ ਮੈਨੂੰ ਜੀਵਨ ਨੂੰ ਦੁੱਧ ਪਿਲਾਉਣ ਵਾਲਾ ਸਮਾਂ ਯਕਦਮ ਚੇਤੇ ਆ ਗਿਆ। ਓਹੋ, ਤਾਈਓ ਜੀਵਨ ਨੇ ਮੈਨੂੰ ਸਪੈਸ਼ਲ ਸੁਨੇਹਾ ਘੱਲਿਆ। ਜਦੋਂ ਜੀਵਨ 10ਵੀਂ ਜਮਾਤ ਵਿੱਚ ਪੜ੍ਹਦਾ ਸੀ, ਉਦੋਂ ਮੈਂ ਹਾਲੇ 4ਥੀ ਕਲਾਸ ਵੀ ਪਾਸ ਨਹੀਂ ਕਿਸੇ ਕੀਤੀ। ਉਹਨਾਂ ਦਿਨਾਂ ਵਿੱਚ ਅਸੀਂ ਆਪਣੀ ਜ਼ਮੀਨ ਵਿੱਚ ਬੋਰ ਕਰਾਉਣ ਲਈ ਖੂਹ ਹੀ ਪਟਵਾ ਰਹੇ ਸਾਂ। ਉਦੋਂ ਜੀਵਨ ਦੇ ਬਾਪੂ ਅਤੇ ਦਾਦਾ ਜੀ ਵੱਲੋਂ ਪਿੰਡ ਲਈ ਖੂਹਾਂ ਉੱਤੋਂ ਪਾਣੀ ਦੀਆਂ ਮਸ਼ਕਾਂ ਭਰ ਕੇ ਲਿਆਉਣ ਵਾਲਾ ਜੱਦੀ ਪੁਸ਼ਤੀ ਕੰਮ ਧੰਦਾ ਘਰਾਂ ਵਿੱਚ ਨਲਕੇ ਲੱਗਣ ਕਰਕੇ ਲਗਭਗ ਬੰਦ ਹੋ ਗਿਆ ਸੀ, ਜਿਸ ਕਰਕੇ ਵੇਲਣਿਆਂ ਵਜੋਂ ਜੀਵਨ ਦਾ ਬਾਪੂ ਤਾਰਾ ਸਿਆਂ ਸਾਡੇ ਦਿਹਾੜੀਏ ਦੇ ਤੌਰ ਤੇ ਕੰਮ ਕਰਾਉਣ ਲਈ ਆਇਆ ਹੋਇਆ ਸੀ। ਉਹਨਾਂ ਸਮਿਆਂ ਵਿੱਚ ਖੂਹ ਪਟਵਾ ਕੇ ਬੋਰ ਕਰਾਉਣ ਲਈ 5-6 ਦਿਨ ਲੱਗਣੇ ਮਾਮੂਲੀ ਗੱਲ ਹੁੰਦੀ ਸੀ। ਪਹਿਲੇ 2 ਦਿਨ ਤੱਕ ਕੰਮ ਵਾਲੇ ਬੰਦਿਆਂ ਦੀ ਘਾਟ ਰੜਕਦੀ ਰਹੀ। ਦੂਜੇ ਦਿਨ ਆਥਣੇ ਬਾਪੂ ਜੀ ਨੇ ਤਾਰਾ ਸਿੰਘ ਨੂੰ ਘਰ ਜਾਣ ਵੇਲੇ ਕਿਹਾ, ਤਾਰੇ ਪੁੱਤ, ਕੱਲ ਨੂੰ ਕਿਸੇ ਹੋਰ ਦਿਹਾੜੀਏ ਦਾ ਇੰਤਜ਼ਾਮ ਕਰੀ, ਉਹੀ ਆਪਣਾ ਕੰਮ ਛੇਤੀ ਨਿਬੇੜੂ।
ਤਾਰਾ ਸਿੰਘ ਬਾਪੂ ਜੀ ਦੇ ਕੋਲ ਖੜਾ ਪੈਰ ਜਿਹੇ ਮਲ ਰਿਹਾ ਸੀ ਤੇ ਹਲਕਾ ਜਿਹਾ ਖੰਗੂਰਾ ਮਾਰ ਕੇ ਬੋਲਿਆ, ਚਾਚਾ ਜੀ ਦਿਹਾੜੀ ਦਾ ਇੰਤਜ਼ਾਮ ਤਾਂ ਹੋਇਆ ਹੀ ਪਿਆ ਸਮਝੋ। ਉਹ ਕਿਵੇਂ ਭਾਈ? ਫਿਰ ਤੂੰ ਕੱਲ ਨਹੀਂ ਦੱਸਿਆ? ਅੱਜ ਆਪਾਂ ਨੂੰ ਇੰਨੇ ਔਖੇ ਹੋ ਕੇ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ। ਕੀ ਦੱਸਾਂ ਚਾਚਾ ਜੀ, ਆਪਣਾ ਜੀਵਨ ਹੈ ਨਾ, ਉਹ ਸਕੂਲੋਂ ਪੜਨੋਂ ਹਟ ਗਿਆ। ਕਹਿੰਦਾ ਮੈਂ ਨਹੀਂ ਜਾਣਾ ਸਕੂਲ, ਭਾਵੇਂ ਧਰਤੀ ਪਲਟ ਜੇ, ਪਰ ਮੈਨੂੰ ਸਕੂਲ ਜਾਣ ਨੂੰ ਨਾ ਕਹਿਣਾ। ਉੱਪਰੋਂ 10ਵੀਂ ਜਮਾਤ ਦੇ ਪੇਪਰ 'ਚ 1.5 ਮਹੀਨਾ ਰਹਿੰਦਾ। ਮੈਂ ਉਸ ਨੂੰ ਕਿਹਾ ਕਿ ਤੂੰ ਔਖਾ ਸੁਖਾਲਾ ਕਿਹੜਾ 10ਵੀਂ ਪਾਸ ਕਰ ਲੈ, ਫਿਰ ਕਰੀ ਜਾਏ ਜਿਹੜਾ ਕੁਝ ਕਰਨਾ, ਪਰ ਉਹ ਕਿਸੇ ਦੀ ਨਹੀਂ ਸੁਣਦਾ ਚਾਚਾ ਜੀ। ਇਹ ਤਾਂ ਬੜੀ ਮਾੜੀ ਗੱਲ ਹੈ ਭਾਈ ਤਾਰਾ ਸਿਆਂ। ਜੀਵਨ ਦੀ ਜ਼ਿੰਦਗੀ ਵਿੱਚ ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ। ਅੱਗੇ ਆਉਣ ਵਾਲੇ ਸਮੇਂ ਵਿੱਚ ਪੜ੍ਹਾਈ ਦੀ ਤਾਂ ਬੜੀ ਲੋੜ ਰਹਿੰਦੀ ਹੈ, ਬਾਪੂ ਜੀ ਨੇ ਦੂਰ ਅੰਦੇਸ਼ੀ ਕਰਦੇ ਤਾਰੇ ਨੂੰ ਦੱਸਿਆ। ਚਾਚਾ ਜੀ ਦਿਹਾੜੀਆਂ ਕਰ ਕਰਕੇ ਹੁਣ ਤੱਕ ਉਸ ਦੀਆਂ ਫੀਸਾਂ ਭਰਦਾ ਰਿਹਾ, ਕਿਤਾਬਾਂ ਲੈ ਦਿਨਾ ਤਾਂ ਵਰਦੀਆਂ ਤੇ ਬੂਟ ਹੀ ਨਹੀਂ ਲੋਟ ਆਉਂਦੇ। ਉੱਪਰੋਂ ਕਹਿੰਦਾ ਮੈਂ ਨਹੀਂ ਪੜ੍ਹਾਈ ਕਰਨੀ, ਦੱਸੋ ਹੈ ਕੋਈ ਹੱਲ? ਤਾਰੇ ਨੇ ਜੀਵਨ ਦੇ ਭਵਿੱਖ ਦੀ ਚਿੰਤਾ ਪ੍ਰਗਟਾਈ। ਫਿਰ ਹੁਣ ਕੀ ਕਰਿਆ ਕਰੂ ਉਹ? ਬਾਪੂ ਜੀ ਨੇ ਗੰਭੀਰਤਾ ਨਾਲ ਪੁੱਛਿਆ। ਕਰਨਾ ਕਰਾਉਣਾ ਕੀ ਹੈ ਉਸਨੇ? ਸਵੇਰੇ ਆਪਾਂ ਨੂੰ ਇੱਥੇ ਲੋੜ ਹੈਗੀ ਹੈ ਬੰਦੇ ਦੀ, ਲਿਆਉਂ ਨਾਲ, ਹੋਰ ਕੀ ਕਰੂੰ? ਜਦ ਕੰਮ ਕਰਨਾ ਪਊ ਪੁੱਤ ਮੇਰੇ ਨੂੰ, ਆਪੇ ਸੁਰਤ ਟਿਕਾਣੇ ਆਜੂ ਦਿਨਾਂ 'ਚ। ਕਾਹਨੂੰ ਰਹਿਣ ਦੇ ਤਾਰਾ ਸਿਆਂ, ਮੁੰਡਾ ਨਿਆਣਾ ਅਜੇ। ਬਾਪੂ ਜੀ ਨੇ ਉਸ ਦੇ ਬੱਚੇ ਹੋਣ ਦਾ ਪੱਖ ਪੋਰਿਆ। ਨਿਆਣਾ ਨਹੀਂ ਚਾਚਾ ਜੀ, ਬੂਟ ਸਹੁਰੇ ਦੇ ਬੰਦਿਆਂ ਤੋਂ ਵੀ ਵੱਡੇ ਨੰਬਰ ਦੇ ਆਉਂਦੇ ਨੇ। ਜੇ ਕਿਤੇ ਮੇਰਾ ਪਜਾਮਾ ਪਾ ਲਓ ਨਾ ਤਾਂ ਪਿੰਜੜੀਆਂ ਤੱਕ ਉੱਪਰ ਉੱਠ ਖੜਦਾ। ਕੱਦ ਕਾਦਾ ਕੱਢਿਆ ਟੈਲੈਂਟ ਨਹੀਂ, ਜਮਾ ਹੀ ਨਿਕੰਮਾ। ਜੇ ਐਵੇਂ ਰਹਿ ਗਿਆ ਨਾ, ਕਿਸੇ ਨੇ ਉਹਦਾ ਵਿਆਹ ਵੀ ਨਹੀਂ ਕਰਨਾ। ਇਸ ਗੱਲ ਦਾ ਮੈਨੂੰ ਤਾਂ ਜਿਹੜਾ ਦੁੱਖ ਲੱਗਣਾ ਹੀ ਸੀ ਚਾਚਾ ਜੀ, ਉਹ ਤਾਂ ਅਲੱਗ ਰਿਹਾ, ਪਰ ਉਸ ਦਿਨ ਤੋਂ ਉਸਦੀ ਮਾਂ ਵੀ ਮੰਜੇ ਤੋਂ ਨਹੀਂ ਉੱਠੀ। ਇਹੀ ਕਹੀ ਜਾਂਦੀ ਹੈ ਕਿ ਲੋਕਾਂ ਦੀਆਂ ਨਜ਼ਰਾਂ ਨਹੀਂ ਖਾ ਲਿਆ ਮੇਰੇ ਪੁੱਤ ਨੂੰ। ਤਾਂ ਚੱਲ ਠੀਕ ਹੈ, ਲਿਆਈ ਫਿਰ ਸਵੇਰੇ ਨਾਲ। ਪਹਿਲਾਂ ਤਾਂ ਮੈਂ ਉਸਨੂੰ ਸਮਝਾ ਕੇ ਦੇਖਾਂਗਾ, ਜੇ ਭਾਈ ਉਹ ਨਾ ਮੰਨਿਆ ਤਾਂ ਦਿਹਾੜੀ ਲਾ ਲਵਾਂਗੇ। ਬਾਪੂ ਜੀ ਤੋਂ 2 ਦਿਹਾੜੀਆਂ ਦੇ ਇਕੱਠੇ ਪੈਸੇ ਲੈ ਕੇ ਤਾਰਾ ਸਿਆਂ ਘਰ ਨੂੰ ਚਲਾ ਗਿਆ। ਅਗਲੀ ਸਵੇਰ ਤਾਰਾ ਸਿਆਂ ਨੂੰ ਕੰਮ ਉੱਤੇ ਇਕੱਲੇ ਆਉਂਦਿਆਂ ਦੇਖ ਕੇ ਬਾਪੂ ਜੀ ਨੇ ਉਸ ਤੋਂ ਪੁੱਛਿਆ, ਕੀ ਗੱਲ ਤਾਰਾ ਸਿਆਂ, ਜੀਵਨ ਨਹੀਂ ਆਇਆ ਤੇਰੇ ਨਾਲ? ਉਹ ਆਉਂਦਾ ਚਾਚਾ ਜੀ, ਸਕੂਲ ਜਾਣ ਨੂੰ ਤਾਂ ਮੰਨਿਆ ਨਹੀਂ, ਦਿਹਾੜੀ ਉੱਤੇ ਆਉਣ ਲਈ ਝੱਟ ਮੰਨ ਗਿਆ। ਕਹਿੰਦਾ ਤੁਸੀਂ ਚੱਲੋ, ਤੁਹਾਡੇ ਨਾਲ ਤੁਰਦੇ ਮੈਨੂੰ ਸੰਗ ਲੱਗਦੀ ਹੈ, ਮੈਂ ਮਗਰੇ ਆਇਆ ਬਸ। ਤਾਰੇ ਵੀਰ ਨੇ ਅਜੇ ਆਪਣਾ ਕੰਮ ਸ਼ੁਰੂ ਹੀ ਕੀਤਾ ਸੀ ਕਿ ਇੰਨੇ ਚਿਰ ਵਿੱਚ ਜੀਵਨ ਵੀ ਆ ਗਿਆ। ਅੱਜ ਖੂਹੀ ਵਿੱਚੋਂ ਮਿੱਟੀ ਬਾਹਰ ਕੱਢੀ ਜਾ ਰਹੀ ਸੀ। ਇੱਕ ਬੰਦਾ ਥੱਲੇ ਖੂਹੀ ਵਿੱਚ ਉਤਰ ਗਿਆ ਸੀ। ਜੀਵਨ ਅਤੇ ਤਾਰਾ ਦੋਵੇਂ ਪਿਓ ਪੁੱਤ ਬਾਹਰ ਸਨ। ਮਿੱਟੀ ਖਿੱਚਣ ਵਾਲੇ ਟੋਕਰੇ ਨੂੰ ਤਾਰ ਬੰਨ ਕੇ ਉੱਪਰ ਇੱਕ ਡੰਡੇ ਨਾਲ ਚੱਕਰੀ ਪਾਈ ਹੋਈ ਸੀ। ਪਰਾਂ ਥੋੜੇ ਫਰਕ ਨਾਲ ਲੋਹੇ ਦਾ ਇੱਕ ਵੱਡਾ ਚੱਕਰ ਇੱਕ ਲੱਕੜ ਦੇ ਢਾਂਚੇ ਜਿਹੇ ਵਿੱਚ ਗੱਡਿਆ ਹੋਇਆ ਸੀ। ਉਸ ਦੇ ਉੱਪਰ ਲੱਕੜ ਦੀ ਇੱਕ 10 ਫੁੱਟੀ ਲੰਬੀ ਗਰਦਲ ਬੰਨੀ ਹੋਈ ਸੀ। ਗਰਦਲ ਘੁੰਮ ਰਹੀ ਸੀ। ਜਿਉਂ-ਜਿਉਂ ਚੱਕਰ ਉੱਪਰ ਤਾਰ ਲਿਪਟਦੀ, ਤਿਉਂ-ਤਿਉਂ ਮਿੱਟੀ ਦਾ ਭਰਿਆ ਹੋਇਆ ਟੋਕਰਾ ਬਾਹਰ ਆ ਰਿਹਾ ਹੁੰਦਾ। ਜਦੋਂ ਟੋਕਰਾ ਬਾਹਰ ਆ ਜਾਂਦਾ ਤਾਂ ਤਾਰਾ ਸੀ ਉਹ ਭੱਜ ਕੇ ਆਉਂਦਾ, ਟੋਕਰਾ ਫੜ ਕੇ ਖੂਹੀ ਤੋਂ ਥੋੜਾ ਪਰਾਂ ਢੇਰੀ ਕਰ ਦਿੰਦਾ। ਉਨੀ ਕੁ ਦੇਰ ਜੀਵਨ ਗਰਦਨ ਨੂੰ ਫੜ ਕੇ ਖੜਾ ਰਹਿੰਦਾ। ਟੋਕਰਾ ਖਾਲੀ ਹੋਣ ਤੋਂ ਬਾਅਦ ਜੀਵਨ ਉਨੀ ਦੇਰ ਗਰਦਨ ਨੂੰ ਪੁੱਠੇ ਸਿੱਧੇ ਗੇੜੇ ਦਿੰਦਾ ਰਹਿੰਦਾ, ਜਿੰਨੀ ਦੇਰ ਖੂਹੀ ਵਿੱਚ ਖੜਾ ਬੰਦਾ ਹਾਕ ਮਾਰ ਕੇ ਨਾ ਦੱਸ ਦਿੰਦਾ। ਇਹ ਕੰਮ ਲਗਾਤਾਰ ਚੱਲਦਾ ਰਿਹਾ। ਜ਼ਿਆਦਾ ਗਰਮੀ ਦਾ ਮਹੀਨਾ ਵੀ ਨਹੀਂ ਸੀ ਹਾਲੇ, ਫਿਰ ਵੀ ਕੰਮ ਕਰਦਿਆਂ ਨੂੰ ਪਸੀਨਾ ਆ ਰਿਹਾ ਸੀ। ਜੀਵਨ ਅਤੇ ਤਾਰਾ ਗਰਦਨ ਉੱਪਰ ਚਾਰੇ ਹੱਥ ਲਾ ਜ਼ੋਰ ਨਾਲ ਧੱਕ ਕੇ ਮਿੱਟੀ ਦੇ ਭਰੇ ਹੋਏ ਟੋਕਰੇ ਨੂੰ ਉੱਪਰ ਖਿੱਚ ਰਹੇ ਸਨ। ਇਸ ਵਾਰ ਜਦੋਂ ਟੋਕਰਾ ਬਾਹਰ ਆਇਆ ਤਾਂ ਤਾਰਾ ਜੀਵਨ ਨੂੰ ਧਿਆਨ ਰੱਖੀ ਕਹਿ ਕੇ ਆਪਣੇ ਟੋਕਰੇ ਵੱਲ ਨੂੰ ਭੱਜਿਆ। ਜੀਵਨ ਦੂਜੇ ਪਾਸੇ ਹੋ ਕੇ ਗਰਦਨ ਨੂੰ ਆਪਣੇ ਵੱਲ ਨੂੰ ਖਿੱਚ ਕੇ ਰੱਖਦਾ ਅਤੇ ਪੈਰ ਅੜਾ ਕੇ ਖੜਾ ਹੋ ਜਾਂਦਾ। ਉਧਰੋਂ ਤਾਰੇ ਦਾ ਹਾਲੇ ਟੋਕਰੇ ਨੂੰ ਸਵਾਰ ਕੇ ਹੱਥ ਵੀ ਨਹੀਂ ਪਿਆ ਸੀ ਕਿ ਜੀਵਨ ਦੇ ਕੋਮਲ ਜਿਹੇ ਹੱਥਾਂ ਨੂੰ ਆਏ ਪਸੀਨੇ ਕਾਰਨ ਉਸ ਦੇ ਹੱਥਾਂ ਵਿੱਚੋਂ ਗਰਦਲ ਤਿਲਕ ਗਈ। ਮਿੱਟੀ ਦਾ ਭਰਿਆ ਹੋਇਆ ਟੋਕਰਾ ਤੇਜ਼ੀ ਨਾਲ ਹੇਠਾਂ ਨੂੰ ਮੁੜਨ ਲੱਗਾ। ਉਧਰ ਚੱਕਰ ਉੱਪਰ ਗਰਦਲ ਇੰਨੀ ਤੇਜ਼ੀ ਨਾਲ ਘੁੰਮ ਰਹੀ ਸੀ ਕਿ ਜੀਵਨ ਨੂੰ ਕੁਝ ਵੀ ਸੋਚਣ ਤੋਂ ਪਹਿਲਾਂ ਅੱਖ ਦੇ ਝਪਕੇ ਨਾਲ ਉਹ ਘੁੰਮ ਕੇ ਆ ਕੇ ਉਸ ਦੀ ਕੰਗਰੋੜ ਉੱਤੇ ਇੰਨੀ ਜ਼ੋਰ ਦੀ ਵੱਜੀ ਕਿ ਜੀਵਨ ਨੂੰ ਚੁੱਕ ਕੇ ਨਾਲ ਦੇ ਕਿਆਰੇ ਵਿੱਚ ਸੁੱਟ ਦਿੱਤਾ ਤੇ ਉਹ ਇੱਕ ਲੰਬੀ ਚੀਕ ਮਾਰ ਕੇ ਕੁਝ ਪਲਾਂ ਲਈ ਬੇਹੋਸ਼ ਹੋ ਗਿਆ। ਮੂੰਹ ਭਰ ਜ਼ਮੀਨ ਉੱਤੇ ਡਿੱਗ ਪਿਆ। ਯਕਦਮ ਭਗਦੜ ਮਚ ਗਈ। ਅਸੀਂ ਸਾਰੇ ਉਸ ਦੇ ਵੱਲ ਨੂੰ ਭੱਜੇ। ਬਾਪੂ ਜੀ, ਤਾਰਾਵੀਰ ਅਤੇ ਮਿਸਤਰੀ। ਮੈਂ ਭੱਜ ਕੇ ਪਾਣੀ ਦਾ ਗਲਾਸ ਭਰ ਲਿਆਇਆ।
ਪਹਿਲਾਂ ਉਸਦੇ ਮੂੰਹ ਉੱਤੇ ਚਿੱਟੇ ਮਾਰ ਕੇ ਉਸਨੂੰ ਹੋਸ਼ ਵਿੱਚ ਲਿਆਂਦਾ। ਬਾਪੂ ਜੀ ਨੇ ਮੈਨੂੰ ਕਿਹਾ ਕਿ ਤੂੰ ਭੱਜ ਕੇ ਘਰੋਂ ਗਰਮਾ ਗਰਮ ਦੁੱਧ ਲੈ ਕੇ ਆ, ਹਲਦੀ ਪਵਾ ਕੇ। ਮੈਂ ਘਰੋਂ ਦੁੱਧ ਲਿਆਉਣ ਲਈ ਆਪਣਾ ਸਾਈਕਲ ਭਜਾ ਲਿਆ। ਤਾਰੇ ਵੀਰ ਦਾ ਪਰਿਵਾਰ ਪਹਿਲੋਂ ਹੀ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਸੀ। ਉੱਪਰੋਂ ਜੀਵਨ ਤੇ ਲੱਗੀ ਹੋਈ ਇਸ ਸੱਟ ਨੇ ਵੀਰ ਦੀ ਸੁਰਤ ਭੁਲਾ ਦਿੱਤੀ। ਉਹ ਆਪਣਾ ਸਿਰ ਫੜ ਕੇ ਬੈਠ ਗਿਆ, ਜਿਵੇਂ ਸੱਟ ਮੁੰਡੇ ਨੂੰ ਨਹੀਂ ਬਲਕਿ ਉਸਦੇ ਆਪਣੇ ਲੱਗੀ ਹੋਵੇ। ਜਦੋਂ ਤੱਕ ਮੈਂ ਘਰੋਂ ਦੁੱਧ ਲਿਆਂਦਾ ਸਾਂ ਉਦੋਂ ਤੱਕ ਵੀਰ ਆਪਦਾ ਸਿਰ ਫੜੀ ਬੈਠਾ ਸੀ ਅਤੇ ਜੀਵਨ ਦੀ ਪਿੱਠ ਉੱਤੇ ਸੋਜਾ ਆਉਣ ਕਰਕੇ ਉਸਨੂੰ ਮੰਜੇ ਉੱਤੇ ਉਲਟਾ ਪਾਇਆ ਹੋਇਆ ਸੀ। ਫਿਰ ਉਸਨੂੰ ਥੋੜਾ ਜਿਹਾ ਸਿੱਧਾ ਕਰਕੇ ਗਰਮ ਦੁੱਧ ਪਿਲਾਇਆ। ਉਹ ਦੁੱਧ ਪੀ ਕੇ ਕਾਫੀ ਰਾਹਤ ਮਹਿਸੂਸ ਕਰ ਰਿਹਾ ਸੀ। ਉਸਨੂੰ ਬਾਪੂ ਜੀ ਸਮਝਾ ਰਹੇ ਸਨ, "ਉਹ ਕਾਕਾ, ਅਗਰ ਤੂੰ ਨਾ ਪੜਨ ਵਾਲਾ ਆਪਣਾ ਇਰਾਦਾ ਬਦਲ ਦੇਵੇਂ ਤਾਂ ਸਾਰੀ ਜ਼ਿੰਦਗੀ ਮੌਜਾਂ ਕਰੇਗਾ, ਸਮਝਿਆ ਕੁਝ?" ਫਿਰ ਘੰਟੇ ਕੁ ਮਗਰੋਂ ਜੀਵਨ ਨੂੰ ਉਸ ਮੰਜੇ ਉੱਤੇ ਬਿਠਾ ਕੇ ਘਰ ਛੱਡ ਆਏ। ਬਾਪੂ ਜੀ ਨੇ ਮੈਨੂੰ ਕਿਹਾ, "ਤੂੰ ਸਵੇਰੇ ਸਕੂਲ ਜਾਣ ਵੇਲੇ ਅਤੇ ਸ਼ਾਮੀ ਸਕੂਲੋਂ ਮੁੜ ਕੇ ਪੂਰਾ ਹਫ਼ਤਾ ਭਰ ਤੇਰੀ ਡਿਊਟੀ ਹੈ ਕਿ ਬਿਨਾਂ ਨਾਗਾ ਤੂੰ ਮੁੰਡੇ ਨੂੰ ਹਲਦੀ ਵਾਲਾ ਦੁੱਧ ਪਿਲਾਉਣਾ ਹੈ।" ਅਗਲੀ ਸਵੇਰ ਮੈਂ ਤਾਜ਼ੇ ਦੁੱਧ ਨੂੰ ਗਰਮ ਕਰਵਾ ਕੇ ਜੀਵਨ ਨੂੰ ਉਹਨਾਂ ਦੇ ਘਰੇ ਦੁੱਧ ਪਿਲਾ ਕੇ ਆਇਆ ਅਤੇ ਜਦੋਂ ਮੈਂ ਸ਼ਾਮ ਨੂੰ ਉਸ ਵਾਸਤੇ ਫੇਰ ਦੁੱਧ ਲੈ ਗਿਆ ਤਾਂ ਉਹ ਮੰਜੇ ਉੱਤੇ ਪਿਆ ਆਪਣੀ 10ਵੀਂ ਕਲਾਸ ਦੀ ਕਿਤਾਬ ਲੈ ਕੇ ਪੜ੍ਹ ਰਿਹਾ ਸੀ ਅਤੇ ਪੇਪਰਾਂ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ। ਦੁੱਧ ਪੀਣ ਤੋਂ ਬਾਅਦ ਮੈਨੂੰ ਕਹਿਣ ਲੱਗਿਆ, "ਗੱਜਣ ਚਾਚਾ, ਸੱਟ ਨੇ ਇੱਕ ਤਾਂ ਸਬਕ ਸਿਖਾ ਦਿੱਤਾ ਕਿ ਬੱਚੋ ਤੂੰ ਦਿਹਾੜੀ ਨਹੀਂ ਕਰ ਸਕਦਾ ਕਿਧਰੇ। ਹੁਣ ਜਿੰਨੀ ਦੇਰ ਕੋ ਇਹ ਦੁੱਧ ਪਿਲਾਈ ਜਾਵੇਗਾ ਉਨੀ ਦੇਰ ਮੈਂ ਆਪਣੇ ਪੇਪਰਾਂ ਦੀ ਤਿਆਰੀ ਕਰ ਲੈਣੀ ਹੈ।" ਸਕੂਲ ਵਿੱਚ ਮੈਂ ਭੋਲੇ ਦੇ ਹੱਥ ਬਿਮਾਰੀ ਦੀ ਅਰਜੀ ਭੇਜ ਦਿੱਤੀ ਸੀ। ਕੁਝ 10 ਦਿਨਾਂ ਦੇ ਵਿੱਚ ਹੀ ਜੀਵਨ 9/9 ਹੋ ਗਿਆ ਤੇ ਉਸਨੇ ਦੁਬਾਰਾ ਸਕੂਲ ਜਾਣਾ ਵੀ ਸ਼ੁਰੂ ਕਰ ਦਿੱਤਾ ਸੀ। ਨਤੀਜੇ ਵਿੱਚ ਉਸਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਹ ਕੱਦਾਵਾਰ ਹੋਣ ਕਰਕੇ ਪੁਲਿਸ ਵਿੱਚ ਭਰਤੀ ਹੋਣ ਲਈ ਚਲਾ ਗਿਆ ਅਤੇ ਪਹਿਲੀ ਵਾਰ ਹੀ ਸਾਰੇ ਟੈਸਟ ਪਾਸ ਕਰਕੇ ਸਿਲੈਕਟ ਵੀ ਹੋ ਗਿਆ ਸੀ। ਅੱਜ ਭਾਵੇਂ ਤਾਰਾ ਵੀਰ ਅਤੇ ਦੇਬੋ ਭਰਜਾਈ ਜਿਉਂਦੇ ਨਹੀਂ ਹਨ, ਅਗਰ ਜਿਉਂਦੇ ਹੁੰਦੇ ਤਾਂ ਕਿੰਨਾ ਫਖਰ ਮਹਿਸੂਸ ਕਰਨਾ ਸੀ ਉਹਨਾਂ ਨੇ। ਇਸ ਵਕਤ ਅੱਜ 31 ਦੀ ਸ਼ਾਮ ਹੈ ਤੇ ਮੈਂ ਤਿਆਰ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਘਰੋਂ ਚੱਲ ਪਿਆ ਹਾਂ। ਜਦੋਂ ਮੈਂ ਪਿੰਡ ਦੇ ਦਰਵਾਜ਼ੇ ਵਿੱਚ ਲੰਘਣ ਲੱਗਿਆ ਤਾਂ ਉੱਥੇ ਬਹੁਤੇ ਸਾਰੇ ਲੋਕ ਜੀਵਨ ਦੀ ਰਿਟਾਇਰਮੈਂਟ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੋ ਰਹੇ ਸਨ। ਬਸ ਮੇਰੇ ਉੱਥੋਂ ਲੰਘਣ ਦੀ ਦੇਰ ਹੀ ਸੀ ਕਿ ਉੱਥੇ ਕੁਸਰ-ਮੁਸਰ ਸ਼ੁਰੂ ਹੋ ਗਈ। ਭਾਵੇਂ ਮੈਨੂੰ ਨਹੀਂ ਸੀ ਸੁਣਿਆ ਕੁਝ, ਪਰ ਮੇਰਾ ਇਹ ਪੱਕਾ ਅੰਦਾਜ਼ਾ ਸੀ ਕਿ ਉਹ ਸੋਚਦੇ ਹੋਣਗੇ ਜਦੋਂ ਇਹਦੀ ਜੀਵਨ ਬੇਇੱਜ਼ਤੀ ਕਰੇਗਾ ਤਾਂ ਇਸ ਨੂੰ ਭੱਜਣ ਨੂੰ ਕੋਈ ਥਾਂ ਨਹੀਂ ਲੱਭਣੀ। ਜਦੋਂ ਮੈਂ ਜੀਵਨ ਦੇ ਘਰੇ ਪਹੁੰਚਿਆ ਤਾਂ ਪਾਰਟੀ ਹਲੇ ਸ਼ੁਰੂ ਹੋਈ ਹੀ ਸੀ। ਹਾਲੇ ਉੱਥੇ ਅੱਧਾ ਕੁ ਪਿੰਡ ਪਹੁੰਚਿਆ ਹੋਇਆ ਸੀ, ਬਾਕੀ ਲੋਕ ਆਉਣ ਵਾਲੇ ਸਨ। ਇੱਕ ਪਾਸੇ ਡੀਜੇ ਚੱਲ ਰਿਹਾ ਸੀ, ਇੱਕ ਮੁੰਡਾ ਸਟੇਜ ਉੱਤੋਂ ਖੜਾ ਲੋਕਾਂ ਵੱਲੋਂ ਕੀਤੀ ਹੋਈ ਫਰਮਾਇਸ਼ ਤੇ ਗੀਤ ਸੁਣਾ ਰਿਹਾ ਸੀ। ਪਰ ਥੋੜੀ ਦੇਰ ਬਾਅਦ ਸਾਰਾ ਪਿੰਡ ਪਾਰਟੀ ਵਿੱਚ ਅੱਪੜ ਗਿਆ ਸੀ। ਸਾਰੇ ਲੋਕ ਮੇਰੇ ਵੱਲ ਕੌੜ-ਕੌੜ ਨਜ਼ਰਾਂ ਨਾਲ ਦੇਖ ਰਹੇ ਸਨ। ਮੈਨੂੰ ਮਹਿਸੂਸ ਹੋਇਆ ਕਿ ਇਹ ਲੋਕ ਪਾਰਟੀ ਵਿੱਚ ਘੱਟ ਅਤੇ ਮੇਰੀ ਬੇਇੱਜ਼ਤੀ ਹੁੰਦੀ ਦੇਖਣ ਲਈ ਵੱਧ ਤੋਂ ਵੱਧ ਹੁਮ-ਹੁਮਾ ਕੇ ਪੁੱਜੇ ਹੋਏ ਨੇ। ਪਾਰਟੀ ਵਿੱਚ ਮੈਨੂੰ ਕੋਈ ਵੀ ਪਿੰਡ ਦਾ ਬੰਦਾ ਬੁਲਾ ਨਹੀਂ ਰਿਹਾ ਸੀ, ਬਲਕਿ ਮੈਂ ਜਿਸ ਕਿਸੇ ਨੂੰ ਵੀ ਬੁਲਾਉਣ ਦੀ ਕੋਸ਼ਿਸ਼ ਕਰਦਾ ਤਾਂ ਅਗਲਾ ਮੈਥੋਂ ਇਉਂ ਪਰੇ ਹੋ ਜਾਂਦਾ ਜਿਵੇਂ ਮੈਨੂੰ ਕੋਈ ਛੂਤ ਦੀ ਬਿਮਾਰੀ ਲੱਗੀ ਹੋਵੇ। ਅਚਾਨਕ ਜੀਵਨ ਆਪਣੇ ਘਰੋਂ ਬਾਹਰ ਨਿਕਲਿਆ ਅਤੇ ਸਿੱਧਾ ਸਟੇਜ ਉੱਪਰ ਜਾ ਚੜਿਆ। ਸਭ ਤੋਂ ਪਹਿਲਾਂ ਸਾਡੀਆਂ ਆਪਸ ਵਿੱਚ ਨਜ਼ਰਾਂ ਮਿਲੀਆਂ। ਉਸਨੇ ਜਾ ਕੇ ਮੁੰਡੇ ਕੋਲੋਂ ਜਿਉਂ ਹੀ ਮਾਈਕ ਫੜਿਆ ਤਾਂ ਚੁਫੇਰੇ ਚੁੱਪ ਪਸਰ ਗਈ ਅਤੇ ਚੱਲਦਾ ਹੋਇਆ ਗੀਤ ਸੰਗੀਤ ਸਭ ਕੁਝ ਬੰਦ ਹੋ ਗਿਆ। ਮਾਈਕ ਉੱਤੇ ਉਸਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਮੈਂ ਕੋਈ ਬੁਲਾਰਾ ਤਾਂ ਨਹੀਂ ਅਤੇ ਨਾ ਹੀ ਮੈਨੂੰ ਕਿਸੇ ਦਾ ਕੋਈ ਭਾਸ਼ਣ ਆਉਂਦਾ ਹੈ। ਫਿਰ ਵੀ ਜੋ ਸੱਚ ਮੇਰੇ ਅੰਦਰ ਕਿਸੇ ਜੋਸ਼ ਵਾਂਗ ਭਰਿਆ ਪਿਆ ਹੈ, ਉਸ ਦੇ 2 ਬੋਲ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ। ਅੱਜ ਮੈਂ ਜੋ ਵੀ ਕੁਝ ਹਾਂ, ਬਸ ਇਸ ਗੱਜਣ ਚਾਚੇ ਦੀ ਬਦੌਲਤ ਹਾਂ।" ਉਸਨੇ ਲੋਕਾਂ ਦੇ ਇਕੱਠ ਵਿੱਚ ਮੇਰੇ ਵੱਲ ਹੱਥ ਕਰਿਆ। ਇਸ ਇਨਸਾਨ ਦੇ ਪਿਲਾਏ ਹੋਏ ਹਲਦੀ ਵਾਲੇ ਦੁੱਧ ਨੇ ਮੈਨੂੰ ਇੰਨੀ ਤਾਕਤ ਦਿੱਤੀ ਕਿ ਮੈਂ ਲਗਾਤਾਰ 36 ਸਾਲ ਸਮਾਜਿਕ ਕੁਰੀਤੀਆਂ ਵਿਰੁੱਧ ਲੜਦਾ ਰਿਹਾ। ਆਖਿਰ ਅੱਜ ਮੈਂ ਰਿਟਾਇਰ ਹੋ ਗਿਆ ਹਾਂ, ਨਹੀਂ ਤਾਂ ਮੇਰੀ ਭੋਗ ਵਾਲੀ ਤਰੀਕ ਵੀ ਕਦੋਂ ਦੀ ਲੰਘ ਚੁੱਕੀ ਹੋਣੀ ਸੀ।
इस गल नूं मैं तुहानूं बहुत साल पहला भी दस सकदा सी, पर उदों मैं मजबूरी कारण इसका साथी नहीं सी बन सकता। ਅੱਜ ਜਿਹੜੀ ਲੜਾਈ ਇਹ ਇਕੱਲਾ ਗੱਜਣ ਚਾਚਾ ਸਮਾਜ ਵਿਰੋਧੀ ਅਨਸਰਾਂ ਨਾਲ ਲੜ ਰਿਹਾ ਹੈ, ਮੇਰੇ ਖਿਆਲ ਵਿੱਚ ਇਹ ਲੜਾਈ ਇਸ ਇਕੱਲੇ ਬੰਦੇ ਤੋਂ ਨਹੀਂ ਲੜੀ ਜਾਣੀ। ਸਾਨੂੰ ਸਾਰਿਆਂ ਨੂੰ ਇਸ ਫਰਿਸ਼ਤੇ ਦਾ ਸਾਥ ਦੇਣਾ ਚਾਹੀਦਾ ਹੈ। ਅਗਰ ਅਸੀਂ ਸਿਹਤ ਅਤੇ ਮਾਨਸਿਕ ਤੌਰ ਤੇ ਕਿਧਰੋਂ ਕਮਜ਼ੋਰ ਹੋ ਗਏ ਹਾਂ ਤਾਂ ਸਾਨੂੰ ਮਜ਼ਬੂਤ ਹੋਣ ਲਈ ਉਸੇ ਹਲਦੀ ਵਾਲੇ ਦੁੱਧ ਦੀ ਅੱਜ ਫੇਰ ਲੋੜ ਹੈ, ਜਿਸਨੇ ਮੇਰੇ ਵਰਗੇ ਨਾਜ਼ੁਕ ਬੰਦੇ ਨੂੰ ਵੀ ਲੋਹੇ ਦੀ ਲੱਠ ਵਰਗਾ ਬਣਾ ਦਿੱਤਾ। ਆਓ ਪ੍ਰਣ ਕਰੀਏ ਅਤੇ ਅਜਿਹੇ ਲੋਕਾਂ ਦਾ ਸਾਥ ਦਈਏ ਜੋ ਸੱਚ ਅਤੇ ਇਮਾਨਦਾਰੀ ਦੇ ਰਾਹ ਉੱਤੇ ਚੱਲਣ ਦੀ ਆਪਣੇ ਆਪ ਵਿੱਚ ਹਿੰਮਤ ਰੱਖਦੇ ਹਨ। ਮੈਂ ਅੱਜ ਤੋਂ ਗੱਜਣ ਚਾਚੇ ਵਾਲੀ ਲੜਾਈ ਵਿੱਚ ਸ਼ਾਮਿਲ ਹਾਂ। ਸਾਰੇ ਪਿੰਡ ਵਾਸੀਆਂ ਦਾ ਇਸ ਪਾਰਟੀ ਵਿੱਚ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ। ਇਉਂ ਕਹਿ ਕੇ ਜੀਵਨ ਸਟੇਜ ਤੋਂ ਹੇਠਾਂ ਉਤਰ ਆਇਆ ਸੀ। ਜੀਵਨ ਦੇ ਮੂੰਹੋਂ ਮੇਰੇ ਪ੍ਰਤੀ ਬੋਲੇ ਹੋਏ ਇਹ ਸਨਮਾਨਿਤ ਸ਼ਬਦ ਸੁਣ ਕੇ ਪਿੰਡ ਦੇ ਸਾਰੇ ਲੋਕ ਮੇਰੇ ਨੇੜੇ ਨੇੜੇ ਹੋ ਕੇ ਢੁੱਕਣ ਲੱਗੇ, ਪਰ ਮੈਂ ਉਹਨਾਂ ਲੋਕਾਂ ਤੋਂ ਲਗਾਤਾਰ ਪਿੱਛੇ ਨੂੰ ਹਟਦਾ ਗਿਆ, ਕਿਉਂਕਿ ਮੇਰੀਆਂ ਅੱਖਾਂ ਸਾਹਮਣੇ ਉਹਨਾਂ ਲੋਕਾਂ ਦੇ ਘਟੀਆ ਕਿਰਦਾਰ ਘੁੰਮ ਰਹੇ ਸਨ। ਮੈਨੂੰ ਪਛਾਂ ਹਟਦੇ ਨੂੰ ਦੇਖ ਲੋਕੀ ਮੇਰੇ ਮੂੰਹ ਵੱਲ ਆਵਾਕ ਝਾਕਣ ਲੱਗੇ। ਪਤਾ ਨਹੀਂ ਇਸ ਵਕਤ ਉਹ ਫਖਰ ਮਹਿਸੂਸ ਕਰ ਰਹੇ ਸਨ ਜਾਂ ਸ਼ਰਮ, ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਮੈਂ ਤਾਂ ਕਾਹਲ ਕਦਮੀ ਪਾਰਟੀ ਵਿਚਾਲੇ ਛੱਡ ਕੇ ਘਰ ਨੂੰ ਚੱਲ ਪਿਆ ਸੀ ਅਤੇ ਆਪਣੇ ਹਲਦੀ ਵਾਲੇ ਦੁੱਧ ਨੂੰ ਯਾਦ ਕਰ ਰਿਹਾ ਸੀ।